Hello students, welcome back to this YouTube channel, The Quest Maths for All by Toor Sir. पिछले लेक्चर ਦੇ ਵਿੱਚ we were discussing about the differentiation of parametric functions. Okay, ਹੁਣ ਬਿਲਕੁਲ ਇੱਕ ਨਵਾਂ ਟੌਪਿਕ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ. ਡਬਲ ਡੈਰੀਵੇਟਿਵਸ ਕਹਿ ਸਕਦੇ ਹਾਂ ਜਾਂ ਸੈਕੰਡ ਆਰਡਰ ਡੈਰੀਵੇਟਿਵਸ ਵੀ ਉਹਨਾਂ ਨੂੰ ਕਹਿ ਸਕਦੇ ਹਾਂ. ਵਾਸਤਵ ਵਿੱਚ ਇਹ ਹੈ ਕਿ ਠੀਕ ਹੈ ਤੁਸੀਂ ਜੋ ਹੁਣ ਤੱਕ ਕੀਤੀਆਂ ਨੇ 5.6 ਤੱਕ ਜੋ ਐਕਸਰਸਾਈਜ਼ ਕੀਤੀਆਂ ਨੇ ਜਾਂ ਟੌਪਿਕਸ ਕੀਤੇ ਨੇ ਉਹਦੇ ਵਿੱਚ ਆਪਣੇ ਕੋਲ ਇੱਕ ਫੰਕਸ਼ਨ ਸੀਗਾ ਜਾਂ ਤਾਂ ਐਕਸਪ੍ਰੈਸ ਫੰਕਸ਼ਨ ਸੀ ਜਾਂ ਇੰਪਲੀਸਿਟ ਫੰਕਸ਼ਨ fxy is equal to explicit or implicit और थर्ड टाइप जो पीछे करके गए हैं आप किसी का हो पैरामीट्रिक फंक्शंस चाहे वो x is a function of t and y is another function of t ठीक है और इन सारिਆਂ ਦੇ ਵਿੱਚ ਤੁਸੀਂ ਕੀ ਕੱਢਿਆ ਸੀਗਾ ਸਿੰਗਲ ਡੈਰੀਵੇਟਿਵ dy by dx is equal to f dash x ਜਾਂ ਇਹਦੇ ਨਾਲ ਡਿਨੋਟ ਕਰ ਲਓ ਇਹਨੂੰ ਜਾਂ ਆਪਾਂ ਕਿਹਦੇ ਨਾਲ ਡਿਨੋਟ ਕਰ ਸਕਦੇ ਹਾਂ ਹੋਰ y dash ਜਾਂ ਤੁਸੀਂ y1 ਕਹਿ ਸਕਦੇ ਹੋ ਠੀਕ ਹੈ ਜਾਂ f dash x ਕਹਿ ਸਕਦੇ ਹੋ ਤਾਂ ਇਹ ਵਨ ਟਾਈਮ ਡੈਰੀਵੇਟਿਵ ਹੈ ਇਹਨੂੰ ਇੱਕ ਹੋਰ ਨਵੇਂ ਤਰੀਕੇ ਦੇ ਨਾਲ ਤੁਸੀਂ ਇਹਨੂੰ ਐਵੇਂ ਲਿਖ ਸਕਦੇ ਹੋ dy by dx ਨੂੰ ਤੁਸੀਂ ਲਿਖ ਸਕਦੇ ਹੋ dy d is for d by dx ਤਾਂ ਇਹਨੂੰ ਵਾਸਤਵ ਵਿੱਚ ਇਹ ਤੁਹਾਡੇ ਆਏਗਾ ਇੰਜੀਨੀਅਰਿੰਗ ਮੈਥ ਦੇ ਵਿੱਚ ਜਾਂ ਜਦੋਂ ਤੁਸੀਂ BSc ਵਗੈਰਾ ਕਰੋਗੇ BSc ਫਸਟ ਸੈਕੰਡ ਈਅਰ ਦੇ ਵਿੱਚ ਨੋਟੇਸ਼ਨ ਆਪਰੇਟਰ ਯੂਜ਼ ਹੋਏਗਾ ਇਹਨੂੰ ਆਪਾਂ ਕਹਿੰਦੇ ਡਿਫਰੈਂਸ਼ੀਅਲ ਆਪਰੇਟਰ ਸੋ d means d by dx डिफरेंशिएशन ऑफ जो भी फंक्शन इतने लिखोगे और विद रिस्पेक्ट टू x x मींस इंडिपेंडेंट वेरिएबल राइट तो वो कोई भी हो सकता है तो उन्हें डी ਨਾਲ डिनोट करना ठीक डिफरेंशियल इक्वेशंस ਦਾ ਚੈਪਟਰ ਆਏਗਾ ਇੱਕ ਫਸਟ ਈਅਰ ਇੰਜੀਨੀਅਰਿੰਗ ਦੇ ਵਿੱਚ ਜਾਂ BSc ਦੇ ਵਿੱਚ ਵੀ ਆਏਗਾ ਤਾਂ ਤੁਸੀਂ ਉਹਨੂੰ ਉਦੋਂ ਯੂਜ਼ ਕਰ ਸਕਦੇ ਹੋ ਮੈਂ ਤੁਹਾਨੂੰ ਦੱਸ ਰਿਹਾ ਹਾਂ ਤਾਂ ਕਿ ਤੁਸੀਂ ਯਾਦ ਰੱਖੋ ਹੁਣ ਆ ਰਿਹਾ ਆਪਣਾ ਸੈਕੰਡ ਆਰਡਰ ਡੈਰੀਵੇਟਿਵ ਸੈਕੰਡ ਆਰਡਰ ਡੈਰੀਵੇਟਿਵ ਦਾ ਮਤਲਬ ਕੀ ਹੁੰਦਾ ਹੈ ਕਿ ਜਦੋਂ ਤੁਸੀਂ ਇੱਕ ਵਾਰ ਡੈਰੀਵੇਟਿਵ ਕੀਤਾ ਤਾਂ ਉਹਦਾ ਇੱਕ ਵਾਰੀ ਹੋਰ ਕਰ ਦੋ ਫਿਰ dy by dx of dy by dx ਯਾਨੀ ਕਿ ਜੋ ਫਸਟ ਟਾਈਮ ਡੈਰੀਵੇਟਿਵ ਤੁਸੀਂ ਕੀਤਾ ਉਹਦਾ ਇੱਕ ਵਾਰੀ ਹੋਰ ਕਰਤਾ ਔਰ ਇੱਥੇ ਕੀ ਡਬਲ ਟਾਈਮ ਡਬਲ f ਡਬਲ ਡੈਸ਼ ਰਾਈਟ ਔਰ ਇਹਨੂੰ ਕਿਵੇਂ ਲਿਖ ਸਕਦੇ ਹਾਂ ਆਪਾਂ d square y over dx square ਔਰ ਇਨ ਸ਼ਾਰਟ ਨੋਟੇਸ਼ਨ ਤੁਸੀਂ ਇਹਨੂੰ ਚਾਹੇ ਐਵੇਂ ਲਿਖ ਦਿਓ y ਡਬਲ ਡੈਸ਼ ਜਾਂ ਤੁਸੀਂ ਲਿਖ ਦਿਓ y2 ਜਾਂ ਤੁਸੀਂ ਇਹਨੂੰ ਲਿਖ ਦਿਓ d square y ਔਰ ਇੱਥੇ d square ਆਪਰੇਟਰ ਕੀ ਹੋਏਗਾ ਇਸ ਦਾ ਡਿਫਰੈਂਸ਼ੀਅਲ ਆਪਰੇਟਰ d square over dx square ਤਾਂ ਇਹ ਮੈਂ ਤੁਹਾਨੂੰ ਲਿਖਣ ਦਾ ਤਰੀਕਾ ਦੱਸਿਆ ਹੈ ਔਰ ਕੰਮ ਕੀ ਹੈ ਕੰਮ ਕੁਛ ਨਹੀਂ ਬਸ ਜੋ ਤੁਸੀਂ ਪਹਿਲੇ ਇੱਕ ਵਾਰੀ ਡੈਰੀਵੇਟਿਵ ਕੀਤਾ ਸੀਗਾ ਉਹਦਾ ਇੱਕ ਜੋ ਆਨਸਰ ਆਇਆ ਉਹ ਵੀ xy ਵਿੱਚ ਹੀ ਆਇਆ ਉਹਦੇ ਵਿੱਚ ਇੱਕ ਡਿਪੈਂਡੈਂਟ ਹੈ ਤੇ ਇੱਕ ਇੰਡੀਪੈਂਡੈਂਟ ਹੈ ਹੈਨਾ y ਦਾ ਆਨਸਰ ਆਇਆ x ਦੀ ਫਾਰਮ ਦੇ ਵਿੱਚ ਤਾਂ ਉਹਨੂੰ ਫਿਰ ਇੱਕ ਵਾਰੀ ਫਿਰ ਡੈਰੀਵੇਟਿਵ ਕਰ ਦਿਓ ਬਸ ਦੈਟ ਇਜ਼ ਡਬਲ ਡੈਰੀਵੇਟਿਵ ਔਰ ਇਸੇ ਤਰ੍ਹਾਂ ਹੀ ਟ੍ਰਿਪਲ ਡੈਰੀਵੇਟਿਵ 4 ਟਾਈਮ ਡੈਰੀਵੇਟਿਵ ਲੇਕਿਨ ਤੁਹਾਡੇ ਸਿਲੇਬਸ ਵਿੱਚ ਨਹੀਂ ਹੈਗਾ ਹੁਣ ਤਾਂ ਤੁਹਾਨੂੰ ਹੁਣ ਤਾਂ ਵੈਸੇ ਕਰਨ ਦੀ ਲੋੜ ਨਹੀਂ ਹੈ ਤਾਂ ਡਬਲ ਡੈਰੀਵੇਟਿਵ ਹੀ ਹੈਗਾ ਤੁਹਾਡੇ ਹੁਣ ਐਗਜ਼ਾਮਪਲਸ ਦੇ ਥਰੂ ਤੁਸੀਂ ਜ਼ਿਆਦਾ ਇਹਨੂੰ ਸਮਝ ਪਾਓਗੇ ਜਿਵੇਂ ਕਿ ਆਪਣੇ ਕੋਲ ਫਸਟ ਐਗਜ਼ਾਮਪਲ ਹੈ ਫਾਈਂਡ d square y over dx square ਇਫ ਐਗਜ਼ਾਮਪਲ ਹੈ ਤੁਹਾਡੇ ਕੋਲ ਇਹਦੇ ਵਿੱਚ ਤੁਹਾਡੀ ਬੁੱਕ ਦੇ ਵਿੱਚ ਉਹ ਐਗਜ਼ਾਮਪਲ ਦਾ ਜਿਹੜਾ ਨੰਬਰ ਹੈ ਦੈਟ ਇਜ਼ ਐਗਜ਼ਾਮਪਲ ਨੰਬਰ 38 and you have given y is equal to x cube plus tangent of x और ਤੁਹਾਨੂੰ ਕਹਿ ਰਿਹਾ ਹੈ ਕਿ ਤੁਸੀਂ ਆਹ ਚੀਜ਼ ਪਤਾ ਕਰੋ d square y over dx square ਅੰਦਰ ਦੇ ਰਾਈਟ d square y over dx square ਉਹਦੀ ਵੈਲਿਊ ਪਤਾ ਕਰੋ ਅੰਡਰ ਰੂਟ ਨਹੀਂ ਹੈ ਸੌਰੀ ਤਾਂ ਇੱਥੇ ਤੁਸੀਂ ਹੁਣ ਇਹਦਾ ਪਹਿਲੇ ਵਨ ਟਾਈਮ ਡੈਰੀਵੇਟਿਵ ਕਰ ਦਿਓ ਡਿਫਰੈਂਸ਼ੀਏਟਿੰਗ ਵਿਦ ਰਿਸਪੈਕਟ ਟੂ x both sides ਇਹ ਕੰਮ ਉਹ ਜੋ ਤੁਸੀਂ ਪਹਿਲੇ ਕਰਦੇ ਆ ਰਹੇ ਹੋ ਤਾਂ ਇੱਥੇ ਕਿੰਨਾ ਆ ਜਾਏਗਾ dy by dx this is equal to x ਦੇ ਰਿਸਪੈਕਟ ਵਿੱਚ ਕਰ ਰਹੇ ਹਾਂ ਹੁਣ ਤਾਂ ਤੁਹਾਨੂੰ ਬਾਰ-ਬਾਰ ਹੈ ਨਾ ਦੱਸਣ ਦੀ ਲੋੜ ਨਹੀਂ ਹੈ 3x square ਟੈਂਜੈਂਟ ਦਾ ਡੈਰੀਵੇਟਿਵ ਆ ਜਾਏਗਾ secant square x ਇਹ ਇੱਕ ਟਾਈਮ ਡੈਰੀਵੇਟਿਵ ਆ ਗਿਆ ਅਗੇਨ ਹੁਣ ਦੇਖੋ ਆ ਹੈ ਤੁਹਾਡੇ ਕੋਲ ਡਿਪੈਂਡੈਂਟ ਵੇਰੀਏਬਲ ਦਾ ਆਨਸਰ ਇਨ ਟਰਮਸ ਆਫ ਇੰਡੀਪੈਂਡੈਂਟ ਹੈ ਨਾ ਇਹਦਾ ਤੁਸੀਂ ਇਹਨੂੰ ਐਵੇਂ ਲਿਖ ਦਿਓ ਚਾਹੇ y ਡੈਸ਼ ਲਿਖ ਦਿਓ ਚਾਹੇ y1 ਲਿਖ ਦਿਓ ਠੀਕ ਹੈ ਹੁਣ ਫਿਰ ਡੈਰੀਵੇਟਿਵ ਕਰੋ differentiating again पूरा वर्ड लिखना है differentiating again with respect to x both sides ਤਾਂ ਆ ਕੀ ਬਣ ਜਾਏਗਾ ਫਿਰ d by dx ਕਰ ਰਹੇ ਹਾਂ ਕਿਦਾ one time derivative ਦਾ
और इधर क्या आ गया, देखो 3x स्क्वायर आ गया ना, ਇਹਦਾ ਇੱਕ ਵਾਰੀ ਫਿਰ ਡੈਰੀਵੇਟਿਵ ਕਰ ਰਹੇ ਆ ਤਾਂ 3 ਤਾਂ ਉਵੇਂ ਦਾ ਉਵੇਂ और x स्क्वायर ਦਾ ਕਿੰਨਾ ਹੋ ਜਾਏਗਾ 2x, ठीक है, और secant स्क्वायर x ਦਾ ਕਿੰਨਾ ਹੋਏਗਾ, एक कंपोजिट फंक्शन आ गया ਹੁਣ। तो पहले की करांगे 2 secant x, राइट, ਤੇ ਹੁਣ secant ਦਾ ਕਰਾਂਗੇ ਤਾਂ ਕਿੰਨਾ ਆਏਗਾ secant x tangent x, ਡੈਰੀਵੇਟਿਵ ਕਰ ਰਹੇ ਆ, ਇਹ ਸਾਨੂੰ ਫਾਰਮੂਲੇ ਯਾਦ ਹੋਣੇ ਚਾਹੀਦੇ ਨੇ ਭਾਈ, ठीक है। secant x ਦਾ ਕੀ ਡੈਰੀਵੇਟਿਵ ਹੁੰਦਾ ਹੈ secant x tangent x, सिंपल। तो आंसर कितना आया फिर, आ हो गया डबल डेरिवेटिव डी स्क्वायर वाई ओवर डी एक्स स्क्वायर, 6x प्लस 2 secant square x into tangent x। So this is our example number second, example number first, ठीक है। आंसर इज this is the answer, ठीक है। 39 एग्जांपल ਦੇ ਵਿੱਚ ਕੀ ਕਹਿ ਰਿਹਾ ਤੁਹਾਨੂੰ, y given है a sin of x b cos of x and he is asking you to prove that d square y over dx square plus y is equal to 0। that means सब ਤੋਂ ਪਹਿਲਾਂ ਤੁਸੀਂ ਇਹਦੇ ਵਿੱਚ ਕੀ ਕਰਨਾ ਹੈ, d square y over dx square ਨਿਕਾਲਣਾ ਹੈ ਡਬਲ ਡੈਰੀਵੇਟਿਵ, ਉਹਦੇ ਵਿੱਚ y ਐਡ ਕਰ ਦੇਣਾ ਹੈ, ਤਾਂ ਦੇਖੋ ਫਿਰ ਕਿੰਨਾ 0 ਆਨਸਰ ਆਏਗਾ। ਸਭ ਤੋਂ ਪਹਿਲਾਂ ਤਾਂ ਫਿਰ ਇਹੀ ਕੰਮ ਹੈ ਆਪਣਾ ਕਿ dy dx ਕੱਢ ਦੋ। ਦੇਖੋ ਇਸ ਕੁਐਸਚਨ ਨੂੰ ਇਹ ਵੈਸੇ ਡਿਫਰੈਂਸ਼ੀਅਲ ਇਕੁਏਸ਼ਨ ਹੀ ਆ ਗਈ, ਡਿਫਰੈਂਸ਼ੀਅਲ ਇਕੁਏਸ਼ਨ ਆਫ ਸੈਕੰਡ ਆਰਡਰ, ਹੋ ਸਕਦਾ ਤੁਹਾਨੂੰ ਇਹ ਗੱਲ ਹੁਣ ਸਮਝ ਨਾ ਆਵੇ, ਲੇਕਿਨ ਮੈਨੂੰ ਪਤਾ ਹੈ ਕਿਉਂਕਿ ਇਹ ਵੱਡੀ ਕਲਾਸਿਸ ਦਾ ਕੰਮ ਹੈ। ਇਹ ਡਿਫਰੈਂਸ਼ੀਅਲ ਇਕੁਏਸ਼ਨ ਆ ਗਈ ਸੈਕੰਡ ਆਰਡਰ ਦੀ, दिस इज एन इक्वेशन। डिफरेंशियल इक्वेशन ਕਿਹੜੀ ਹੁੰਦੀ ਹੈ, ਜਿਹਦੇ ਵਿੱਚ ਡਿਫਰੈਂਸ਼ੀਏਸ਼ਨ ਹੁੰਦਾ ਹੈ ਔਰ ਉਹ ਇਕੁਏਸ਼ਨ ਹੁੰਦੀ ਹੈ, ਤਾਂ ਇਕੁਏਸ਼ਨ ਹੈ ਨਾ, ਰਾਈਟ ਹੈਂਡ ਸਾਈਡ ਵੀ ਹੈ ਲੈਫਟ ਹੈਂਡ ਸਾਈਡ ਵੀ ਹੈ ਔਰ ਇਕੁਅਲ ਟੂ 0 ਹੈ, ਤਾਂ ਡਬਲ ਡੈਰੀਵੇਟਿਵ ਇਹਨੂੰ ਆਪਾਂ ਇਸ ਤਰੀਕੇ ਨਾਲ ਵੀ ਲਿਖ ਸਕਦੇ ਹਾਂ, d ਸਕੁਆਇਰ y plus y, ਰਾਈਟ, ਆ ਮਤਲਬ ਹੈ, ਔਰ ਐਵੇਂ ਵੀ ਲਿਖ ਸਕਦੇ ਹਾਂ d ਸਕੁਆਇਰ plus 1 into y is equal to 0। ਤਾਂ ਐਵੇਂ ਵੀ ਤੁਹਾਨੂੰ ਪੁੱਛ ਸਕਦਾ ਹੈ, ਐਵੇਂ ਵੀ ਪੁੱਛ ਸਕਦਾ ਹੈ, ਐਵੇਂ ਵੀ ਪ੍ਰੂਫ ਕਰਨ ਨੂੰ ਕਹਿ ਸਕਦਾ, ਸੇਮ मीनिंग है। और डी स्क्वायर ਦਾ ਮੈਂ ਦੱਸਿਆ ਸੀਗਾ, ਜਿਵੇਂ डी स्क्वायर इज अ डिफरेंशियल ऑपरेटर ऑफ सेकंड ऑर्डर, ठीक। ऑर्डर ਦਾ ਮਤਲਬ ਕਿੰਨਾ ਹੁੰਦਾ ਹੈ, ਤੁਹਾਡੇ ਕੋਲ ਇੱਕ ਟਰਮ ਆਏਗੀ, ਵੈਸੇ ਇੱਥੇ ਨਹੀਂ ਹੈ, ਤੁਹਾਨੂੰ ਮੈਂ ਉਵੇਂ ਦੱਸ ਦਿੰਦਾ, ਆਰਡਰ ਤੇ ਡਿਗਰੀ ਦਾ ਮਤਲਬ ਕੀ ਹੁੰਦਾ ਹੈ। ਤਾਂ ਕਿਉਂਕਿ ਹੁਣ ਆਪਾਂ ਸਿੰਗਲ ਡਿਗਰੀ ਕਰ ਰਹੇ ਹਾਂ, ਇਸ ਕਰਕੇ ਤੁਹਾਨੂੰ ਉਹ ਡਿਗਰੀ ਦਾ ਐਗਜ਼ਾਮ ਅਤੇ ਡੈਫੀਨੇਸ਼ਨ ਨਹੀਂ ਆਈ ਹੈ। ਆਰਡਰ ਦਾ ਮਤਲਬ ਹੈ ਕਿ ਹਾਊ ਮੈਨੀ ਟਾਈਮਸ ਉਹਦੇ ਵਿੱਚ ਡਿਫਰੈਂਸ਼ੀਏਸ਼ਨ ਹੋਇਆ ਹੈ, ਕਿੰਨੀ ਵਾਰ, ਜਿਵੇਂ ਇੱਥੇ ਇਹਦਾ ਆਰਡਰ ਕਿੰਨਾ ਹੋਇਆ 2 ਹੈ, 2 ਵਾਰੀ ਆਰਡਰ ਆਪਾਂ ਡੈਰੀਵੇਟਿਵ ਕੀਤਾ ਹੈ ਨਾ। ਔਰ ਡਿਗਰੀ ਦਾ ਮਤਲਬ ਕੀ ਹੈ, ਦ ਪਾਵਰ ਆਫ ਹਾਈਐਸਟ ਡੈਰੀਵੇਟਿਵ। ਇਹ ਕਦੋਂ ਯੂਜ਼ ਹੁੰਦੀ ਹੈ, ਤੁਹਾਨੂੰ ਦੱਸਿਆ ਨਾ, ਜਿਵੇਂ ਤੁਹਾਡੀ ਵੱਡੀ ਕਲਾਸਿਸ ਦੇ ਵਿੱਚ ਡਿਫਰੈਂਸ਼ੀਅਲ ਇਕੁਏਸ਼ਨਸ ਤੇ ਟੌਪਿਕ ਆਉਣਗੇ ਤੁਹਾਡੇ, ਹੈ ਨਾ, ਤਾਂ ਉਹਦੇ ਵਿੱਚ ਆਰਡਰ ਤੇ ਡਿਗਰੀ ਦਾ ਕਨਸੈਪਟ ਯੂਜ਼ ਹੋਏਗਾ। ਮੈਂ ਤੁਹਾਨੂੰ ਉਵੇਂ ਦੱਸਦਾ, ਮੈਨੂੰ ਯਾਦ ਆ ਗਿਆ ਵੈਸੇ, ਠੀਕ ਹੈ। ਚਲੋ ਹੁਣ ਇੱਕ ਆ ਸੀਗਾ ਪ੍ਰੂਵ ਇਹ ਕਰਨਾ ਹੈ, ਤਾਂ ਸਭ ਤੋਂ ਪਹਿਲਾਂ ਤਾਂ ਤੁਸੀਂ ਹੁਣ ਫਿਰ ਫਸਟ ਆਰਡਰ ਡੈਰੀਵੇਟਿਵ ਕੱਢ ਲਓ, ਹੈ ਨਾ, ਪਹਿਲਾ ਡੈਰੀਵੇਟਿਵ, ਤਾਂ ਇਹ ਆ ਗਿਆ a cos of x minus b sin of x। ਡਬਲ ਟਾਈਮ ਡੈਰੀਵੇਟਿਵ b ਕੱਢ ਲਓ, ਡਬਲ ਟਾਈਮ ਦੇਖੋ ਮੈਂ ਹੁਣ ਡਾਇਰੈਕਟ ਕਰ ਰਿਹਾ, ਲਿਖ ਵੀ ਨਹੀਂ ਰਿਹਾ, ਪਰ ਤੁਸੀਂ ਮੈਂ ਤੁਹਾਨੂੰ ਤਰੀਕਾ ਦੱਸ ਚੁੱਕਿਆ, ਲਿਖਣਾ ਹੈ ਕੀ ਕਰ ਰਹੇ ਹੋ, ਉਹਦਾ ਸਭ ਐਗਜ਼ਾਮਨਰ ਨੂੰ ਪਤਾ ਹੋਣਾ ਚਾਹੀਦਾ ਉਹ ਕੀ ਕਰ ਰਿਹਾ। ਹੁਣ ਡਬਲ ਡੈਰੀਵੇਟਿਵ ਕਰਾਂਗੇ ਤਾਂ ਇਹਦਾ ਆਏਗਾ -a sin of x minus b cos of x, ਰਾਈਟ। ਇੱਥੋਂ ਮਾਈਨਸ ਕਾਮਨ ਲੈ ਲਓ, ਅੰਦਰ ਆ ਗਿਆ a sin of x plus b cos of x, ਤੇ ਆ ਵੈਲਿਊ ਕੀ ਹੈ, ਇਹ ਹੈ y, ਹੈ ਨਾ, ਆ y ਹੈ ਨਾ, ਦੇਖੋ, ਤਾਂ ਹੁਣ y ਨੂੰ ਉੱਧਰ ਲੈਫਟ ਹੈਂਡ ਸਾਈਡ ਲੈ ਜਾਂਦੇ ਆ, ਤਾਂ d square y over dx square plus y is equal to 0। this is the proof, e power 2x plus 2 power e 2 into 3 e power 3x, 3 into e power 2x plus 2 into e power 3x। और ਤੁਹਾਨੂੰ ਕੀ ਪ੍ਰੂਫ ਕਰਨਾ ਹੈ, ਪ੍ਰੂਫ ਕਰਨਾ ਹੈ ਆਪਾਂ d square y over dx square minus 5 dy by dx plus 6y is equal to 0, ਰਾਈਟ। ਇਹ ਚੀਜ਼ ਆਪਾਂ ਪ੍ਰੂਫ ਕਰਨੀ ਹੈ। ਤੁਹਾਨੂੰ ਕੀ ਦਿਖ ਰਿਹਾ ਇਹਦੇ ਵਿੱਚ, ਫਿਰ ਤੁਹਾਨੂੰ ਇਹ ਦਿਖ ਰਿਹਾ ਕਿ ਫਿਰ ਤੁਸੀਂ ਡਬਲ ਡੈਰੀਵੇਟਿਵ ਕੱਢਣਾ ਹੈ, ਫਿਰ ਸਿੰਗਲ ਵੀ ਤੁਸੀਂ ਡਬਲ ਕੱਢੋ, ਸਿੰਗਲ ਤਾਂ ਆ ਹੀ ਜਾਏਗਾ, ਹੈ, ਪਹਿਲੇ ਸਿੰਗਲ ਕੱਢਣਾ ਫਿਰ ਡਬਲ ਕੱਢਣਾ, ਫਿਰ ਇਹਨਾਂ ਦੀ ਵੈਲਿਊ ਭਰ ਦੇਣੀ ਹੈ ਲੈਫਟ ਹੈਂਡ ਸਾਈਡ, ਆਂਸਰ ਕੀ ਆਣਾ ਚਾਹੀਦਾ 0। ਤਾਂ ਫਟਾਫਟ ਕਰ ਦੇਣੇ ਆ ਫਿਰ। ਚਲੋ ਫਸਟ ਟਾਈਮ ਡੈਰੀਵੇਟਿਵ ਕਰ ਰਹੇ ਹਾਂ dy by dx। ਹੁਣ ਤੁਹਾਨੂੰ e ਪਾਵਰ x ਦਾ ਫਾਰਮੂਲਾ ਪਤਾ ਹੈ ਨਾ, ਐਕਸਪੋਨੈਂਸ਼ੀਅਲ ਦਾ ਕਰਿਆ ਸੀ ਆਪਾਂ ਡਿਫਰੈਂਸ਼ੀਅਲ, e ਪਾਵਰ x ਦਾ ਡਿਫਰੈਂਸ਼ੀਏਸ਼ਨ e ਪਾਵਰ x ਹੀ ਹੁੰਦਾ ਹੈ, ਰਾਈਟ। ਤਾਂ ਤੁਸੀਂ ਉਹ ਕਰਨਾ ਹੈ, ਤਾਂ 1 ਟਾਈਮ ਕਰ ਰਹੇ ਹਾਂ
तो कितना हो गया ई 2x का ई पावर 2x आ गया और नाल 2 आ गया आ वाला 2x का करेंगे तो 2 आ गया ना प्लस 2 ओमेगा में ई पावर 3x का ई पावर 3x और 3x का करेंगे तो 3 आ गया ये हो गया वन टाइम डेरिवेटिव डबल टाइम डेरिवेटिव करेंगे तो एक बार फिर कर दो एदा तो आ 3 दूनी 6 तो ओमेगा में ई पावर 2x का डेरिवेटिव भी ओमेगा में फिर एक 2 और आ गया आ चीज़ 2x का मतलब पहला ई पावर 2x का करया फिर 2x का करया होना 3 6 फिर हो गया ई पावर 3x का ई पावर 3x और 3x का फिर 3 आ गया तो टोटल कितना आया अपने को 12 ई पावर 2x प्लस 18 ई पावर 3x दिस इज योर डबल डेरिवेटिव ਹੁਣ ਇਹਨਾਂ ਦੋਨਾਂ ਦੀ ਵੈਲਿਊ ਜੋ ਹੈ ਇੱਥੇ ਭਰ ਦਿਓ ਬਸ ਆ ਚੀਜ਼ ਤਾਂ ਲੈਫਟ ਹੈਂਡ ਸਾਈਡ ਵਿੱਚ ਤੁਹਾਡੇ ਕੋਲ ਹੈਗਾ d² ਆ ਸਾਰੀ ਵੈਲਿਊ ਭਰਾਂਗੇ 12 e ਪਾਵਰ 2x plus 18 e ਪਾਵਰ 3x minus 5 dy by dx ਆ ਇਸ ਚੀਜ਼ ਨੂੰ ਤੁਸੀਂ 5 ਨਾਲ ਮਲਟੀਪਲਾਈ ਕਰਨਾ ਹੈ ਤਾਂ ਪਹਿਲੇ 6 ਹੈਗਾ ਆਪਣੇ ਕੋਲ है ना 5 ਨਾਲ ਮਲਟੀਪਲਾਈ ਕਰ ਰਹੇ ਹਾਂ और फिर माइनस भी कर रहे हैं माइनस साइन है ना दोनों माइनस साइन हो जाएंगे तो 3 6 ਤੇ 5 30 आ गया 30 e पावर 2x और आ 3 दूनी 6 है तो 5 आ गया माइनस 30 e पावर 3x बोलो समझाया और प्लस 6y होना y है इनू 6 ਨਾਲ ਮਲਟੀਪਲਾਈ ਕਰ ਦੋ और ऐड कर दो तो 6 ਨੂੰ 3 ਨਾਲ ਕਰਾਂਗੇ 18 पावर 2x और 12 पावर e पावर 3x चलो ਹੁਣ देखो ਤੁਹਾਡੇ ਕੋਲ टोटल कितना पड़ता है आ देखो आ प्लस है आ भी प्लस है 18 और 12 कितना हो गया 30 प्लस का और 30 माइनस का कैंसिल हो गया फिर 18 और 12 30 e पावर 3x और 30 e पावर 3x माइनस का टोटल काट के कितना आ गया राइट हैंड साइड 0 ठीक है 41st एग्जांपल में ਤੁਹਾਨੂੰ ਦੇ ਰਿਹਾ है y is equal to sin inverse of x prove that this 1 minus x square y double dash minus x y dash ਇਹਨੂੰ ਆਪਾਂ ਐਵੇਂ ਵੀ ਲਿਖ ਸਕਦੇ ਹਾਂ ਜਾਂ ਤੁਸੀਂ ਐਵੇਂ ਵੀ ਲਿਖ ਸਕਦੇ ਹੋ y2 minus xy1 y2 ਦਾ ਮਤਲਬ ਕੀ ਹੋਏਗਾ ਤੁਹਾਨੂੰ ਪਤਾ ਹੀ ਹੈ ਮੈਂ ਤੁਹਾਨੂੰ ਦੱਸ ਚੁੱਕਿਆ डबल डेरिवेटिव ऑफ y विद रिस्पेक्ट टू x और y1 का मतलब है सिंगल टाइम डेरिवेटिव विद रिस्पेक्ट टू x तो तुम ये सिंबल यूज करते हो ना तो तुम थोड़ा क्वेश्चन जो है वो मतलब ज़्यादा कॉम्प्लीकेटेड सा नहीं लगता है मतलब ज़्यादा बड़े बड़े साइन बार बार लिखने की लोड़ नहीं पैंती dy by dx आ सब कुछ बार बार लिखने की लोड़ नहीं पैंती इस करके तुम डबल टाइम डेरिवेटिव का y डबल डैश लिख लो या y2 लिख लो या d² by ਐਵੇਂ भी लिख सकते हो कहने का मतलब है कि ਤੁਹਾਨੂੰ ਛੋਟੇ ਸਿੰਬਲਸ ਨੇ ਜੋ ਕੁਐਸਚਨ ਨੂੰ ਜ਼ਿਆਦਾ ਕੰਪਲਿਕੇਸ਼ਨਸ ਵਿੱਚ ਇਹ ਜ਼ਿਆਦਾ ਉਹ ਕੁਚਰ ਜਾਂ ਨਹੀਂ ਲੱਗਦਾ ਜੋ ਪੰਜਾਬੀ 'ਚ ਆਪਾਂ ਕਹਿੰਦੇ ਆ ਠੀਕ ਹੈ ਤਾਂ ਹੁਣ ਇਹਨੂੰ ਬਹੁਤ ਈਜ਼ੀ ਕਰਨ ਦਾ ਤਰੀਕਾ ਕੀ ਹੈ ਕਿ ਪਹਿਲੇ y1 ਕੱਢ ਲਓ y1 ਦਾ ਸਮਝ ਰਹੇ ਨਾ ਮਤਲਬ ਕੀ ਹੁੰਦਾ ਹੈ ਵਨ ਟਾਈਮ ਡੈਰੀਵੇਟਿਵ y1 ਮੀਨਸ dy by dx ਤਾਂ ਕੀ ਹੈ ਆਪਣੇ ਕੋਲ ਸਾਈਨ ਇਨਵਰਸ ਦਾ ਫਾਰਮੂਲਾ ਦੱਸਿਆ ਸੀ ਨਾ ਜਦੋਂ ਆਪਾਂ ਇਨਵਰਸ ਟ੍ਰਿਗਨੋਮੈਟਰੀ ਫੰਕਸ਼ਨਸ ਕੀਤਾ ਸੀਗਾ ਯਾਦ ਰੱਖਣੇ ਆ ਫਾਰਮੂਲੇ ਸਾਈਨ 1 minus x square ਹੁਣ क्रॉस मल्टीप्लिकेशन करते हैं 1 minus x square अंडर दी रूट y1 is equal to 1 y1 का मतलब पता लग गया ना आही है dy by dx ओके ਹੁਣ स्क्वायर करो बोथ साइड स्क्वायरिंग बोथ साइड्स अंडर रूट हटाने वास्ते इधर कितना आ गया 1 minus x square आ हो गया y1 का स्क्वायर और 1 का स्क्वायर इज 1 ठीक है प्लस ले लिया आप राइट ਹੁਣ बस ਹੁਣ दोनों पासे y1 है ना ਆਪਾਂ ਦਾ डबल ਕੱਢਣਾ है ठीक है अपना तो आंसर आना चाहिए भाई आना चाहिए आंसर और ਇਹਦੇ ਵਿੱਚ ਆਨਸਰ ਵਿੱਚ ਕੀ ਪਤਾ ਲੱਗ ਰਿਹਾ ਹੈ ਕਿ ਡਬਲ ਟਾਈਮ ਡੈਰੀਵੇਟਿਵ ਕੱਢਣਾ ਹੈ ਬਸ ਤੁਸੀਂ ਇੱਕ ਵਾਰੀ ਫਿਰ ਡੈਰੀਵੇਟਿਵ ਕਰ ਲਓ डिफरेंशिएटिंग अगेन विद रिस्पेक्ट टू x बोथ साइड्स ये लिखना जरूरी है तो ਹੁਣ u into v फार्मूला लग जाएगा ठीक पहला फंक्शन एज इट इज तो 1 minus x square एज इट इज और y1 ਦਾ स्क्वायर कर रहे हैं y1 ਦਾ डेरिवेटिव कर रहे हैं विद रिस्पेक्ट टू y तो कितना आएगा पहले जो करांगे तो y1 का स्क्वायर हो जाएगा 2y1 ठीक है और फिर y1 का डेरिवेटिव अगेन करांगे y1 का मतलब की होता है सिंगल टाइम डेरिवेटिव ठीक है अब y1 का मतलब है सिंगल टाइम डेरिवेटिव तो अगर दोबारा करांगे तो क्या आ जाता है y2 बोलो समझाया ना है ना प्लस ਹੁਣ y1 स्क्वायर एज इट इज और ਇਹਦਾ फर्स्ट फैक्टर ਦਾ फिर डेरिवेटिव कर दो तो 1 का हो गया 0 एंड माइनस x स्क्वायर का हो गया माइनस 2x और राइट हैंड साइड कांस्टेंट है तो राइट हैंड साइड 0 हो गया बस ਇਹਨੂੰ ਸੋਲਵ कर लो ਤੁਸੀਂ
ਤਾਂ ਤੁਹਾਡੇ ਕੋਲ ਆਏਗਾ ਆਪਾਂ ਇਹਨੂੰ ਲਿਆਣਾ ਕੀ ਹੈ 1 - x स्क्वायर y2 ਲਿਆਣਾ ਹੈ ਬਸ ਫਿਰ ਸਿੰਪਲ ਹੈ y2 ਲੈ ਕੇ ਆਣਾ ਹੈ ਨਾ ਤਾਂ ਇੱਥੋਂ ਕੀ ਚੀਜ਼ ਕਾਮਨ ਆ ਰਹੀ ਹੈ 2y1 ਇੱਥੋਂ ਵੀ ਕਾਮਨ ਆ ਰਿਹਾ ਹੈ ਤੇ ਇੱਥੋਂ ਵੀ ਕਾਮਨ ਆ ਰਿਹਾ ਹੈ ਤਾਂ 2y1 ਕਾਮਨ ਕੱਢ ਲਓ ਫਿਰ ਕੀ ਬਚਿਆ 1 - x स्क्वायर into y2 minus 2y1 ਕਾਮਨ ਕੱਢ ਚੁੱਕੇ ਹਾਂ ਤਾਂ y1 ਸਕੁਅਰ ਹੈ ਇੱਕ y1 ਆਪਾਂ ਬਾਹਰ ਲੈ ਲਿਆ ਇੱਕ ਬਚ ਗਿਆ ਔਰ ਮਾਈਨਸ ਬਚ ਗਿਆ ਤਾਂ ਕਿੰਨਾ ਆਇਆ xy1 ਆਇਆ ਇਕੁਅਲ ਟੂ 0 ਹੁਣ ਆ ਚੀਜ਼ ਦਾ 0 ਹੈ ਨਹੀਂ 2y1 is not equal to 0 therefore 1 - x square y2 minus xy1 is equal to 0 this is our proof ਇਹ proof ਹੋ ਗਿਆ ਇਹ ਵੈਸੇ ਦੇਖਿਆ ਜਾਵੇ ਤਾਂ ਇਹ ਸੈਕਿੰਡ ਆਰਡਰ ਦੀ ਡਿਫਰੈਂਸ਼ੀਅਲ ਇਕੁਏਸ਼ਨ ਹੈ ਕਿਉਂਕਿ ਇਹਦੇ ਵਿੱਚ ਡਿਫਰੈਂਸ਼ੀਏਸ਼ਨ ਹੈਗੀ ਹੈ ਇਕੁਏਸ਼ਨ ਬਣ ਗਈ ਨਾ ਸੋ ਥੀਸ ਆਰ ਦ ਐਗਜ਼ਾਮਪਲਸ ਨਾਓ ਲੈਟਸ ਮੂਵਿੰਗ ਟੁਵਰਡਸ 5.7 exercise